ਹੁਣ ਅਸੀਂ 105 ਕੂਲਰਸ ਕਲੈਕਟ ਕਰ ਲਏ ਕੂਲਰਸ ਵਿਦਨ 9 ਡੇਜ਼ ਤੇ ਇਹ ਹੁਣ ਅਸੀਂ ਸਾਰੇ ਬਾਰਡਰਸ ਜਿੱਥੇ ਰਿਕੁਆਇਰਮੈਂਟ ਹੋਣਗੇ ਅਸੀਂ ਉੱਥੇ ਭੇਜਾਂਗੇ। 3.25 ਲੱਖ ਰੁਪਇਆ ਅਸੀਂ ਇਕੱਠਾ ਕਰ ਲਿਆ ਜੀ। ਉਹ ਅਸੀਂ ਬੇਸਿਕ ਜਿਹੜਾ ਸਾਡੇ ਤਿੰਨੋਂ ਬਾਰਡਰਸ ਵਾਸਤੇ ਸਾਨੂੰ ਇੰਨੀ ਅਮਾਊਂਟ ਚਾਹੀਦੀ ਸੀ। ਲਗਾਤਾਰ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਨੌਜਵਾਨ ਉਸ ਧਰਨੇ ਤੋਂ ਪਿੱਛੇ ਆ ਗਏ, ਹਟ ਗਏ, ਲੋਕੀ ਉੱਥੇ ਜਾਣਾ ਘੱਟ ਕਰ ਚੁੱਕੇ ਨੇ। ਜਿਵੇਂ ਆਪਾਂ ਆਜ਼ਾਦੀ ਦੀ ਮੂਵਮੈਂਟ ਦੀ ਵੀ ਗੱਲ ਕਰੀਏ, ਆਜ਼ਾਦੀ ਵੀ ਆਪਾਂ ਨੂੰ ਬਹੁਤ ਲੰਬੀ ਟਾਈਮ ਤੱਕ ਚੱਲਣੀ ਜੰਗ ਚੱਲੀ ਹੈ ਤੇ ਇਹ ਆਜ਼ਾਦੀ ਦੀ ਜਿਹੜੀ ਆਪਣੀ ਆਜ਼ਾਦੀ ਬਚਾਉਣ ਦੀ ਜੰਗ ਹੈ ਇਹ ਹੁਣ ਲੰਬੀ ਚੱਲੂਗੀ। ਪਹਿਲਾਂ ਤੇ ਅਸੀਂ ਧਾਵਾ ਬੋਲਿਆ ਸੀ ਜਾ ਕੇ ਸਿੱਧਾ ਬਾਰਡਰ ਤੇ ਸਾਡੇ ਕਿਸਾਨਾਂ ਨੇ। ਹੁਣ ਉਹ ਕਿਸਾਨਾਂ ਨੂੰ ਅਸੀਂ ਇਹ ਚੀਜ਼ ਸ਼ੋਅ ਕਰ ਰਹੇ ਹਾਂ ਕਿ ਸਾਡਾ ਸਿਰਫ ਜ਼ੋਰ ਹੀ ਨਹੀਂ ਹੈ, ਸਾਡੇ 'ਚ ਹੋਸ਼ ਵੀ ਹੈ ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲ ਰਹੇ ਹਾਂ। ਅਸੀਂ ਲੋਕਾਂ ਨੂੰ ਇਕੱਠਾ ਕਰ ਰਹੇ ਹਾਂ ਇਸ ਵੇਲੇ। ਇਹ ਜਿਹੜੀ ਸਾਡੀ ਯੂਥ ਹੈ ਜੀ, ਉਹ ਨਾ ਜੀ ਉਹਨਾਂ ਨੇ ਇੱਕ ਟ੍ਰੈਂਡ ਬਣਾ ਲਿਆ ਸੀਗਾ ਵਿਚ ਇਜ਼ ਨਾਟ ਰੋਂਗ। ਇੰਗੇਜਮੈਂਟ ਸਾਰਿਆਂ ਦੀ ਚਾਹੀਦੀ ਹੈ ਜੀ, ਪਰ ਟ੍ਰੈਂਡ ਬਣਾ ਕੇ ਚੀਜ਼ ਨੂੰ ਛੱਡੋ ਨਾ। ਇਹ ਕਾਜ਼ ਹੈ ਜੀ, ਇਹ ਇੱਕ ਸੀਰੀਅਸ ਫਾਈਟ ਹੈਗੀ ਹੈ। ਇਹ ਕੋਈ ਅੱਜ ਕੱਲ੍ਹ ਦਾ ਟ੍ਰੈਂਡ ਨਹੀਂ ਹੈ ਤੁਸੀਂ 2 ਦਿਨ ਚਲਾ ਕੇ ਜੀ ਭੁੱਲ ਗਏ ਹੋ। ਦੇਖੋ ਜਿਹੜਾ ਤਾਂ ਤੁਸੀਂ ਮੇਨ ਸਟ੍ਰੀਮ ਮੀਡੀਆ ਦਾ ਜੇ ਨੈਰੇਟਿਵ ਚੈੱਕ ਕਰੋ ਜੋ ਕਿ ਬਾਹਰ ਵੀ ਜ਼ਿਆਦਾ ਕੰਜ਼ਿਊਮ ਕੀਤਾ ਜਾਂਦਾ ਹੈ, ਉਹਦੇ ਮੁਤਾਬਿਕ ਤਾਂ ਇਹਨੂੰ ਬਹੁਤ ਜ਼ਿਆਦਾ ਡਾਊਨਗ੍ਰੇਡ ਪਲੇ ਕੀਤਾ ਜਾ ਰਿਹਾ ਹੈ। ਇਹਨੂੰ ਇੱਕ ਸੈਕਟ ਦਾ ਜਾਂ ਕਿ ਰਿਲੀਜਨ ਦਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਟ ਵੈਨ ਯੂ ਕਮ ਟੂ ਦਾ ਗਰਾਊਂਡ ਰਿਐਲਿਟੀ ਐਂਡ ਯੂ ਚੈੱਕ ਐਂਡ ਯੂ ਸੀ ਪੀਪਲ ਐਂਡ ਯੂ ਟਾਕ ਟੂ ਪੀਪਲ ਦੈਨ ਯੂ ਰਿਅਲਾਈਜ਼ ਕਿ ਨਹੀਂ ਜੀ ਇਹ ਬਹੁਤ ਵੱਡੀ ਲੜਾਈ ਹੋ ਚੁੱਕੀ ਹੈ। ਲੋਕ ਸਮਝ ਚੁੱਕੇ ਹੈ ਕਿ ਸਰਕਾਰ ਜਾਂ ਜਿਹੜਾ ਮੀਡੀਆ ਹੈ, ਜਿਹੜਾ ਗਲੋਬਲ ਮੀਡੀਆ, ਉਹ ਕੀ ਨੈਰੇਟਿਵ ਸੈੱਟ ਕਰ ਰਿਹਾ ਹੈ ਤੇ ਕੀ ਕਰਨਾ ਚਾਹ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨੀ ਅੰਦੋਲਨ ਨਾਲ ਜੁੜੀਆਂ तमाम ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਤਸਵੀਰਾਂ ਪਿੱਛੇ ਦੀਆਂ ਦਿਖਾਉਣ ਦੀ ਤਾਂ ਵੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅੰਦੋਲਨ ਫਰੰਟ ਸਟੇਜ ਤੇ ਚੱਲ ਰਿਹਾ, ਪਰ ਉਹਦੇ ਪਿੱਛੇ ਕੀ ਤਿਆਰੀਆਂ ਚੱਲ ਰਹੀਆਂ, ਕਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਦਿਖਾਉਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਹ ਸੋਚ ਰਹੇ ਸੀ ਸ਼ਾਇਦ ਕਿਸਾਨੀ ਅੰਦੋਲਨ ਮੱਠਾ ਪੈ ਗਿਆ, ਪਰ ਜਿਹੜੀਆਂ ਤਿਆਰੀਆਂ ਇਸ ਵਕਤ ਚੱਲ ਰਹੀਆਂ ਨੇ ਉਹ ਤੁਹਾਨੂੰ ਦਿਖਾ ਦਿੰਦੇ ਹਾਂ। ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਕੁਝ ਟੀਮਾਂ ਦੇ ਵੱਲੋਂ ਇਹ ਕੂਲਰ ਜਿਹੜੇ ਨੇ ਤਿਆਰ ਕਰਕੇ ਹੁਣ ਸਿੰਘੂ, ਟਿਕਰੀ, ਗਾਜ਼ੀਪੁਰ ਤਾਂ ਵੱਖ-ਵੱਖ ਜਿਹੜੇ ਉੱਥੇ ਮੋਰਚੇ ਲੱਗੇ ਹੋਏ ਨੇ ਉੱਥੇ ਪਹੁੰਚਾਏ ਜਾਣੇ ਨੇ। ਟੀਮ ਜਿਹੜੀ ਵਰਕ ਕਰ ਰਹੀ ਹੈ ਸਾਡੇ ਨਾਲ, ਉਹ ਟੀਮ ਮੌਜੂਦ ਹੈ। ਗੱਲਬਾਤ ਕਰਕੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਡਰਾਈਵਸ ਚਲਾਈਆਂ ਨੇ, ਹੁਣ ਇਹ ਡਰਾਈਵ ਕਿਵੇਂ ਆਈਡੀਆ ਆਇਆ ਸੀਗਾ ਕਿ ਅੱਜ ਇਹ ਲੋੜ ਹੈ ਤਾਂ ਇਹ ਵੀ ਉੱਥੇ ਤੱਕ ਪਹੁੰਚਾਉਣੇ ਕਰਦੇ ਨੇ। ਅਭਿਸ਼ੇਰ ਸਾਡੇ ਨਾਲ ਨੇ। ਬਾਈ, ਸਭ ਤੋਂ ਪਹਿਲਾਂ ਤਾਂ ਕੀ ਆਈਡੀਆ ਸੀਗਾ, ਕੀ ਸੋਚਿਆ ਸੀਗਾ, ਕਿਉਂਕਿ ਪਹਿਲਾਂ ਵੀ ਕੋਸ਼ਿਸ਼ ਲਗਾਤਾਰ ਚੱਲ ਰਹੀ ਸੀ ਤੇ ਹੁਣ ਕੂਲਰ ਪਹੁੰਚਾ ਰਹੇ ਹੋ, ਕਿੰਨੇ ਕੂਲਰ ਪਹੁੰਚਾ ਰਹੇ ਹੋ, ਆਈਡੀਆ ਕਿਵੇਂ ਆਇਆ? ਭਾਜੀ ਸਾਡਾ ਬੇਸਿਕਲੀ ਸੀਗਾ ਡਰਾਈਵਸ ਅਸੀਂ ਪਹਿਲਾਂ ਵੀ ਕਰ ਰਹੇ ਸੀਗੇ, ਉਦੋਂ ਵਿੰਟਰਸ ਕੀਤੀਆਂ ਸੀਗੀਆਂ ਜੋ ਉਦੋਂ ਲੋੜਵੰਦ ਸਮਾਨ ਸੀਗਾ। ਹੁਣ ਸਮਰ ਦੇ ਸਭ ਤੋਂ ਵੱਡੀ ਰਿਸੋਰਸ ਜਿਹੜੀ ਚਾਹੀਦੀ ਸੀਗੀ ਉਹ ਕੂਲਰ ਸੀਗੇ। ਸੋ ਅਸੀਂ ਸਾਰੀ ਟੀਮ ਨੇ ਇੱਕ ਸੁਜੈਸ਼ਨ ਲਿੱਤੀ ਕਿ ਕਿਵੇਂ ਲੋਕਾਂ ਦੀ ਡਰਾਈਵ ਰੱਖਣਾ ਚਾਹੁੰਦੇ ਸੀ ਅਸੀਂ ਕਿ ਕੂਲਰਸ ਅਸੀਂ ਇੱਕ ਵੈਂਡਰ ਲੱਭਿਆ ਜਿਹੜਾ ਸਾਨੂੰ ਇੱਕ ਨੋਮੀਨਲ ਪ੍ਰਾਈਸ ਦੇ ਸਕੇ ਤੇ ਇਹ ਅੰਕਲ ਨੇ ਸਾਨੂੰ ਇੱਕ 3000 ਰੁਪੀਸ ਪਰ ਕੂਲਰ ਦਿੱਤਾ ਤੇ ਅਸੀਂ ਇਹ ਪਬਲਿਕ ਇਨੀਸ਼ੀਏਟਿਵ ਲਿੱਤਾ ਜੀ ਕਿ ਲੋਕਾਂ ਨੂੰ ਅਸੀਂ ਇਹਨਾਂ ਦੇ ਪੇਟੀਐਮ, ਗੂਗਲ ਪੇ ਤੇ ਬੈਂਕ ਟ੍ਰਾਂਸਫਰ ਦੇ ਨੰਬਰ ਦਿੱਤੇ ਤੇ ਸਾਨੂੰ ਵੱਧ ਤੋਂ ਵੱਧ ਹੁੰਗਾਰਾ ਮਿਲਿਆ ਇਹਦਾ ਤੇ ਹੁਣ ਅਸੀਂ 105 ਕੂਲਰਸ ਕਲੈਕਟ ਕਰ ਲਏ ਕੂਲਰਸ ਵਿਦਨ 9 ਡੇਜ਼ ਤੇ ਇਹ ਹੁਣ ਅਸੀਂ ਸਾਰੇ ਬਾਰਡਰਸ ਜਿੱਥੇ ਰਿਕੁਆਇਰਮੈਂਟ ਹੋਣਗੇ ਅਸੀਂ ਉੱਥੇ ਭੇਜਾਂਗੇ। ਇਟ ਇਜ਼ ਆਲ ਪਬਲਿਕ ਇਨੀਸ਼ੀਏਟਿਵ ਜੀ। ਇਹਦੇ ਵਿੱਚ ਅਸੀਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਸਾਡੀ ਡਰਾਈਵ ਵਿੱਚ ਸਪੋਰਟ ਕੀਤੀ ਜੀ। ਕਿੰਨੇ ਕੁ ਪੈਸੇ ਇਕੱਠੇ ਹੋਏ ਤੇ ਕਿੰਨੇ ਕੁ ਹੋਰ ਅੱਗੇ ਕੋਸ਼ਿਸ਼ ਤੁਸੀਂ ਕਰਨੀ ਹੈ ਕਿ ਲੋਕਾਂ ਤੱਕ ਸਮਾਨ ਪਹੁੰਚਾਇਆ ਜਾਵੇ? ਭਾਜੀ ਸਾਡਾ ਮਿਨੀਮਮ ਟਾਰਗੇਟ ਤੇ ਅਸੀਂ 100 ਰੱਖੇ ਸੀ ਕਿ 100 ਕੂਲਰਸ ਹੋ ਜਾਣਗੇ, ਤਿੰਨੋਂ ਬਾਰਡਰਸ ਵਾਸਤੇ ਕਵਰ ਕਰ ਲਾਂਗੇ। ਉਹ ਅਸੀਂ ਅਚੀਵ ਕਰ ਲਏ। 3.25 ਲੱਖ ਰੁਪਇਆ ਅਸੀਂ ਇਕੱਠਾ ਕਰ ਲਿਆ ਜੀ। ਉਹ ਅਸੀਂ ਬੇਸਿਕ ਜਿਹੜਾ ਸਾਡੇ ਤਿੰਨੋਂ ਬਾਰਡਰਸ ਵਾਸਤੇ ਸਾਨੂੰ ਇੰਨੀ ਅਮਾਊਂਟ ਚਾਹੀਦੀ ਸੀਗੀ। ਅਭਿਸ਼ੇਕ, ਕਿਵੇਂ ਦੇਖਦੇ ਹੋ ਲਗਾਤਾਰ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਨੌਜਵਾਨ ਉਸ ਧਰਨੇ ਤੋਂ ਪਿੱਛੇ ਆ ਗਏ, ਹਟ ਗਏ, ਲੋਕੀ ਉੱਥੇ ਜਾਣਾ ਘੱਟ ਕਰ ਚੁੱਕੇ ਨੇ। ਤੁਸੀਂ ਲਗਾਤਾਰ ਡਰਾਈਵਸ ਲੈ ਕੇ ਉੱਥੇ ਜਾ ਰਹੇ ਹੋ, ਸਮਾਨ ਵੀ ਪਹੁੰਚਾ ਰਹੇ ਹੋ, ਹੁਣ ਕੂਲਰ ਵੀ ਲੈ ਕੇ ਜਾਣੇ ਨੇ। ਤੁਹਾਨੂੰ ਉੱਥੇ ਨਜ਼ਰ ਕੀ ਆਉਂਦਾ, ਹਕੀਕਤ ਕੀ ਹੈਗੀ? ਭਾਜੀ ਹਕੀਕਤ ਬਿਲਕੁਲ ਉਹ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈਗਾ ਜੀ। ਜੇ ਸਾਨੂੰ ਕੋਈ ਮੋਰਚੇ ਵੱਲੋਂ ਢਿੱਲ ਹੁੰਦੀ ਤਾਂ ਸਾਨੂੰ ਸਾਡੀਆਂ ਡਰਾਈਵਸ 'ਤੇ ਸਪੋਰਟ ਨਾ ਕਰਦੇ। ਇਹ ਪੂਰਾ ਪਬਲਿਕ ਇਨੀਸ਼ੀਏਟਿਵ ਹੈ। ਅਸੀਂ ਸ਼ੁਰੂ ਤੋਂ ਸਾਡਾ ਇੱਕ ਨੈਰੇਟਿਵ ਰਿਹਾ ਕਿ ਲੋਕਾਂ ਨੂੰ ਜੋੜੀਏ। ਸਾਡੀ ਸੋਚ ਕੋਈ ਪੋਲੀਟੀਕਲੀ ਮਾਈਂਡਸੈਟ ਨਹੀਂ ਹੈ, ਸਾਡੀ ਆਈਡੀਓਲੋਜੀ ਹੈਗੀ ਨਿਊਟਰਲ ਕਿ ਜਿਹੜੇ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਜੋੜ ਸਕੀਏ। ਕਿ ਜੇ ਲੋਕਾਂ ਨੇ ਅੱਜ ਲੋਕੀ ਕਹਿ ਰਹੇ ਕਿ ਚਲੋ ਇੱਕ ਮੂਵਮੈਂਟ ਹੁੰਦੀ ਹੈ, ਹਰ ਮੂਵਮੈਂਟ ਲੰਬੀ ਚੱਲਦੀ ਹੈ। ਜਿਵੇਂ ਆਪਾਂ ਆਜ਼ਾਦੀ ਦੀ ਮੂਵਮੈਂਟ ਦੀ ਵੀ ਗੱਲ ਕਰੀਏ, ਆਜ਼ਾਦੀ ਵੀ ਆਪਾਂ ਨੂੰ ਬਹੁਤ ਲੰਬੀ ਟਾਈਮ ਤੱਕ ਚੱਲਣੀ ਜੰਗ ਚੱਲੀ ਹੈ ਤੇ ਇਹ ਆਜ਼ਾਦੀ ਦੀ ਜਿਹੜੀ ਆਪਣੀ ਆਜ਼ਾਦੀ ਬਚਾਉਣ ਦੀ ਜੰਗ ਹੈ
ਇਹ ਹੁਣ ਲੰਬੀ ਚੱਲੂਗੀ। ਲੋਕਾਂ ਨੂੰ ਆਹ ਚੀਜ਼ ਨੂੰ ਤਿਆਰ ਰਹਿਣਾ ਚਾਹੀਦਾ ਕਿ ਥੋੜ੍ਹੀਆਂ ਬਹੁਤੀਆਂ ਰਿਸੋਰਸਿਸ ਆਪਣੀਆਂ, ਜਿਵੇਂ ਆਪਾਂ ਆਪਣੇ ਸਾਰੇ ਦਸਵੰਧ ਕੱਢਦੇ, ਥੋੜ੍ਹਾ ਬਹੁਤਾ ਦਸਵੰਧ ਕੱਢਣਾ ਚਾਹੀਦਾ ਹੈ ਕਿ ਕਿਸਾਨੀ ਦੇ ਜਿਹੜੇ ਵੀ ਕੋਈ ਜੋ ਵੀ ਮੂਵਮੈਂਟਸ ਵਾਸਤੇ ਕਰਦਾ ਜੀ, ਕਿੰਨੀਆਂ ਵੀ ਆਪਣੀਆਂ ਡਰਾਈਵਸ ਚਲਾਉਂਦੇ, ਉਹਨਾਂ ਨੂੰ ਸਾਰਿਆਂ ਨੂੰ ਸਪੋਰਟ ਕੀਤਾ ਜਾਵੇ। ਮੋਰਚਾ ਫੁੱਲ ਕਾਇਮ ਹੈ ਜੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਮੋਰਚਾ ਹਰ ਇੱਕ ਉੱਪਰ ਨੀਚੇ ਇਹਨਾਂ ਦੀ ਮੂਵਮੈਂਟ ਦੇ ਵਿੱਚ ਫੇਜ਼ਸ ਆਉਂਦੇ ਆ, ਤੇ ਉਹ ਹੁਣ ਇਹ ਫੇਜ਼ਸ ਦੇ ਵਿੱਚ ਸਾਨੂੰ ਇੰਨਾ ਵਧੀਆ ਹੁੰਗਾਰਾ ਮਿਲਿਆ ਲੋਕਾਂ ਵੱਲੋਂ ਵੀ ਸਪੋਰਟ ਪੂਰੀ ਹੈ ਜੀ। ਜੀ ਬਿਲਕੁਲ, ਕਿਉਂਕਿ ਜੇ 1931 ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਹੁੰਦੀ ਹੈ ਤਾਂ ਆਜ਼ਾਦੀ 1947 ਚ ਮਿਲਦੀ ਹੈ, ਤਾਂ ਇਹ ਵੀ ਸਮਝਣਾ ਪਵੇਗਾ ਕਿ ਏਡੀਆਂ ਸ਼ਹਾਦਤਾਂ ਤੋਂ ਬਾਅਦ ਵੀ ਕਿੰਨਾ ਸਮਾਂ ਇੰਤਜ਼ਾਰ ਕਰਨਾ ਪੈਂਦਾ। ਬਾਈ ਜੀ ਕੀ ਨਾਮ ਤੁਹਾਡਾ? ਹਰਿੰਦਰ ਬੈਂਸੀ। ਹਰਿੰਦਰ, ਕਿਵੇਂ ਦੇਖਦੇ ਹੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਅੰਦੋਲਨ ਨੂੰ ਖਤਮ ਕਰਨ ਦੀ ਜਾਂ ਲੋਕਾਂ ਨੂੰ ਡੀਰੇਲ ਕਰਨ ਦੀ, ਕਿ ਅੰਦੋਲਨ ਉਸ ਤਰੀਕੇ ਨਾਲ ਨਹੀਂ ਚੱਲ ਰਿਹਾ? ਤੁਸੀਂ ਲਗਾਤਾਰ ਜਾ ਕੇ ਵੀ ਆਏ ਹੋ, ਸਮਾਨ ਵੀ ਦੇ ਰਹੇ ਹੋ, ਹੁਣ ਕੂਲਰ ਲੈ ਕੇ ਜਾਣੇ ਨੇ, ਕਿਵੇਂ ਦੇਖਦੇ ਹੋ, ਕਿਹੋ ਜਿਹਾ ਮਾਹੌਲ ਹੈਗਾ? ਅਸੀਂ ਜੀ ਇਹ ਤਾਂ ਬਲਕਿ ਗੱਲ ਹੁਣ ਸਿਨੈਰੀਓ ਇਹ ਹੋ ਚੁੱਕਾ ਹੈ ਕਿ ਸਾਰੇ ਲੋਕਾਂ ਦੇ ਵਿੱਚ ਹੁਣ ਸਿਚੁਏਸ਼ਨ ਦੀ ਸਮਝ ਆ ਚੁੱਕੀ ਹੈ ਤੇ ਅਸੀਂ ਇੱਕ ਫੋਰਸਾਈਟ ਲੈ ਕੇ ਚੱਲ ਰਹੇ ਹਾਂ। ਅਸੀਂ ਸਾਰੀ ਜਿਹੜੀ ਆਪੋਜੀਸ਼ਨ ਹੋ ਰਹੀ ਹੈ ਇਸ ਪ੍ਰੋਟੈਸਟ ਨੂੰ, ਅਸੀਂ ਉਹਨੂੰ ਵੀ ਸਮਝ ਰਹੇ ਹਾਂ, ਸਾਰੇ ਲੋਕ ਸਮਝਦਾਰ ਨੇ ਤੇ ਉਸ ਚੀਜ਼ ਨੂੰ ਸਮਝਦੇ ਹੋਏ ਹੀ ਇੱਕ ਪਰਸੂਐਂਸ ਇੱਦਾਂ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਪ੍ਰੋਟੈਸਟ ਹੈ, ਜਿਹੜੀ ਸਾਡੀ ਲਹਿਰ ਹੈ, ਉਹਨੂੰ ਅਸੀਂ ਇੱਕ ਫੋਕਸ ਤਰੀਕੇ ਨਾਲ ਟਾਰਗੇਟ ਤੇ ਲੈ ਕੇ ਜਾਈਏ ਤੇ ਉਸ ਫੋਰਸਾਈਟ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਸਾਰੇ ਇਨੀਸ਼ੀਏਟਿਵਸ ਲਿੱਤੇ ਜਾ ਰਹੇ ਨੇ। ਜਿਵੇਂ ਅਸੀਂ ਜੇ ਕੂਲਰਸ ਇਕੱਠੇ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਗਾਂਦੀ ਹੋਈ ਗਰਮੀ ਹੈ, ਸਾਨੂੰ ਕੋਈ ਦਿੱਕਤ ਨਾ ਹੋਏ। ਅਸੀਂ ਆਪਣੀ ਜਿਹੜੇ ਸਾਡੀਆਂ ਫਸਲਾਂ ਉਗ ਰਹੀਆਂ ਅਸੀਂ ਉਹਨਾਂ ਦਾ ਵੀ ਧਿਆਨ ਰੱਖ ਰਹੇ ਹਾਂ। ਅਸੀਂ ਜੇ ਲੀਗਲ ਐਸਪੈਕਟ ਹੈ, ਕੋਈ ਲੀਗਲ ਪਰਵਿਊ ਹੈ ਕੇਸਿਸ ਦਾ, ਅਸੀਂ ਉਹਨੂੰ ਵੀ ਇੱਕ ਫੋਰਸਾਈਟ ਨਾਲ ਲੈ ਕੇ ਚੱਲ ਰਹੇ ਹਾਂ। ਸੋ ਹਰ ਚੀਜ਼ ਹੁਣ ਅਸੀਂ ਇੱਕ ਤਰੀਕੇ ਨਾਲ ਕੈਲਕੂਲੇਟਡ ਤਰੀਕੇ ਨਾਲ ਉਹਨੂੰ ਲੈ ਕੇ ਚੱਲ ਰਹੇ ਹਾਂ। ਪਹਿਲਾਂ ਤਾਂ ਅਸੀਂ ਧਾਵਾ ਬੋਲਿਆ ਸੀ ਜਾ ਕੇ ਸਿੱਧਾ ਬਾਰਡਰ ਤੇ ਸਾਡੇ ਕਿਸਾਨਾਂ ਨੇ, ਹੁਣ ਉਹ ਕਿਸਾਨਾਂ ਨੂੰ ਅਸੀਂ ਇਹ ਚੀਜ਼ ਸ਼ੋਅ ਕਰ ਰਹੇ ਹਾਂ ਕਿ ਸਾਡਾ ਸਿਰਫ ਜ਼ੋਰ ਹੀ ਨਹੀਂ ਹੈ, ਸਾਡੇ 'ਚ ਹੋਸ਼ ਵੀ ਹੈ ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲ ਰਹੇ ਹਾਂ। ਅਸੀਂ ਲੋਕਾਂ ਨੂੰ ਇਕੱਠਾ ਕਰ ਰਹੇ ਹਾਂ ਇਸ ਵੇਲੇ। ਸੋ ਇਹ ਫੇਜ਼ ਦੇ ਵਿੱਚ ਜੇ ਅਸੀਂ ਕਹੀਏ ਕਿ ਜੀ ਇੱਕ ਲਲ ਹੈਗਾ ਜਿਹੜਾ ਬਾਰਡਰ ਦੇ ਵਿੱਚ ਸਾਨੂੰ ਦਿਖ ਰਿਹਾ, ਉਹ ਲਲ ਇੱਕ ਬੜੀ ਲਹਿਰ ਆਉਣ ਦਾ ਸਿੰਬੋਲਿਕ ਹੈ, ਨਿਸ਼ਾਨੀ ਹੈ। ਉਹਦੇ 'ਚ ਅਸੀਂ ਸਾਰੇ ਦੇਸ਼ ਨੂੰ ਇਕੱਠਾ ਸਾਡੇ ਨਾਲ ਹੋ ਰਿਹਾ ਹੈ ਤੇ ਹਰ ਕਿਸਾਨ ਹੀ ਤੇ 80% ਤੋਂ ਵੱਧ ਇਸ ਦੇਸ਼ ਦੀ ਪੋਪੂਲੇਸ਼ਨ ਹੈ ਤੇ ਉਹ ਸਾਰੀ ਲਹਿਰ ਇਕੱਠੀ ਹੋ ਕੇ ਆ ਰਹੀ ਹੈ। ਸੋ ਇਟ ਇਜ਼ ਹਾਈ ਟਾਈਮ ਕਿ ਸਰਕਾਰ ਇਸ ਚੀਜ਼ ਨੂੰ ਸਮਝੇ ਤੇ ਇੱਕ ਟਾਈਮ ਸਿਰ ਡਿਸੀਜਨ ਲਵੇ। ਇੱਕ ਇੰਨਾ ਇੰਪੋਰਟੈਂਟ ਡਿਸੀਜਨ ਤੇ ਇੰਨਾ ਕ੍ਰੂਸ਼ੀਅਲ ਮੈਟਰ ਨੂੰ ਡਿਸਾਈਡ ਕਰਨ ਲਈ ਜੇ ਸਰਕਾਰ ਇੰਨਾ ਟਾਈਮ ਲਊਗੀ, it does not reflect right upon the government। ਤੇ ਇਹ ਬਹੁਤ ਚੀਜ਼ ਗੰਭੀਰ ਹੈਗੀ ਆ, ਸ਼ਾਇਦ ਸਰਕਾਰ ਉਸ ਗੰਭੀਰਤਾ ਨਾਲ ਨਹੀਂ ਲੈ ਰਹੀ। ਬੜੀ ਅਹਿਮ ਚੀਜ਼ ਆ ਕਿ ਇੱਕ ਤਾਂ ਤੁਸੀਂ ਡਰਾਈਵ ਵੀ ਚਲਾ ਰਹੇ ਹੋ, ਆਪਣੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਕਾਲਤ ਦੇ ਨਾਤੇ ਤੁਸੀਂ ਲੀਗਲੀ ਵੀ ਬੜੀ ਸਪੋਰਟ ਕਰ ਰਹੇ ਹੋ। ਇਸ ਵੇਲੇ ਬਹੁਤ ਸਾਰੇ ਕੇਸਿਸ ਵੀ ਲਗਾਤਾਰ ਚੱਲ ਰਹੇ ਨੇ, ਤਾਂ ਬਹੁਤ ਸਾਰੇ ਨੌਜਵਾਨ ਪਹਿਲਾਂ ਫੜੇ ਗਏ ਸੀ, ਡਰਾਉਣ ਦੀ ਕੋਸ਼ਿਸ਼ ਹੋਈ ਸੀ, ਲੱਗਦਾ ਕਿ ਹੁਣ ਉਸ ਚੀਜ਼ ਚੋਂ ਰਿਵਾਈਵਲ ਹੋ ਗਿਆ, ਉਸ ਚੋਂ ਅਸੀਂ ਉੱਭਰ ਆਏ ਹਾਂ ਵਾਪਸ। ਭਾਈ ਸਾਡੇ ਗੁਰੂਆਂ ਨੇ ਸਾਨੂੰ ਮੱਤ ਦਿੱਤੀ ਸੀ ਵੀ ਅਸੀਂ ਦਸਵੰਧ ਕੱਢਣਾ। ਉਹ ਦਸਵੰਧ ਇਕੱਲੇ ਸਾਡੀ ਕਮਾਈ ਦਾ ਨਹੀਂ, ਸਾਡੇ ਟਾਈਮ ਦਾ ਵੀ ਹੈ ਤੇ ਸਾਡੀ ਜੋ ਪ੍ਰੋਫੈਸ਼ਨਲ ਜੋ ਅਸੀਂ ਚੀਜ਼ਾਂ ਸਿੱਖ ਚੁੱਕੇ ਹਾਂ, ਜੋ ਅਸੀਂ ਆਪਣੇ ਆਪ ਗ੍ਰਹਿਣ ਕਰ ਚੁੱਕੇ ਹਾਂ, ਜੋ ਵੀ ਕੋਈ ਨੌਲੇਜ ਹੈ ਅਸੀਂ ਉਹਨੂੰ ਯੂਜ਼ ਕਰੀਏ। ਉਹ ਜੇ ਕੋਈ ਪੈਸੇ ਲਾ ਸਕਦਾ ਪੈਸੇ ਲਾਵੇ, ਜੇ ਕੋਈ ਆਪਣਾ ਦਸਵੰਧ ਆਪਣੇ ਪ੍ਰੋਫੈਸ਼ਨ 'ਚੋਂ ਕੱਢ ਸਕਦਾ, ਭਾਵੇਂ ਉਹ ਲਾਇਰ ਹੈ, ਡਾਕਟਰ ਹੈ, ਸੀਏ ਹੈ ਜਾਂ ਕੋਈ ਹੋਰ ਵੀ ਕਿਸੇ ਫੀਲਡ ਦਾ ਹੈ ਜਿਹੜਾ ਕੋਈ ਕੰਟਰੀਬਿਊਟ ਕਰ ਸਕਦਾ ਤੇ ਉਹ ਸਾਰੇ ਕਰ ਰਹੇ ਨੇ। ਹੁਣ ਜਿਹੜੀ ਸੋ ਫਾਰ ਐਜ਼ ਮੇਰੇ ਜਿਹੜਾ ਲੀਗਲ ਪ੍ਰੋਫੈਸ਼ਨ ਸੀਗਾ, ਉਹਦੇ ਵਿੱਚ ਸਾਡੀ ਟੀਮ ਬਹੁਤ ਜ਼ੋਰਾਂ ਸ਼ੋਰਾਂ ਨਾਲ ਲੱਗੀ ਹੋਈ ਹੈ ਤੇ ਮੈਟਰਸ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਲਏ ਜਾ ਰਹੇ ਨੇ। ਮੋਰ ਦੈਨ 90% ਜਿਹੜੇ ਬੰਦੇ ਇਹਨਾਂ ਨੇ ਸਾਡੇ ਅਰੈਸਟ ਕੀਤੇ ਸੀਗੇ ਉਹ ਸਾਰੇ ਰਿਹਾ ਕਰਾਏ ਜਾ ਚੁੱਕੇ ਨੇ। ਅਸੀਂ ਬਾਕੀ ਹੁਣ ਸਿਰਫ ਮੈਟਰ ਉਹਨਾਂ ਨੂੰ ਬੇਲ ਕਰਾਉਣ ਦਾ ਨਹੀਂ ਸੀਗਾ, ਅਸੀਂ ਮੈਟਰਸ ਨੂੰ ਇਸ ਪਰਵਿਊ ਨਾਲ ਵੀ ਲੈ ਕੇ ਚੱਲ ਰਹੇ ਹਾਂ ਵੀ ਜਿੱਥੇ ਜਿੱਥੇ ਸਟੇਟ ਨੇ ਧੱਕਾ ਕੀਤਾ ਸੀਗਾ ਉਹ ਤੇ ਸਟੇਟ ਦੀ ਅਕਾਊਂਟੇਬਿਲਿਟੀ ਵੀ ਬਣੂਗੀ। ਲਾਅ ਸਿਰਫ ਸਾਡੇ ਲੋਕਾਂ ਨੂੰ ਜਾਂ ਸਾਡੇ ਲੋਕਾਂ ਲਈ ਨਹੀਂ ਹੈਗਾ, ਸਾਰਿਆਂ ਲਈ ਬਰਾਬਰ ਹੈ ਤੇ ਉਹ ਜਿਹੜਾ ਵੀ ਕੋਈ ਗਲਤ ਕਰ ਰਿਹਾ ਸੀ ਤੇ ਉਹਨੂੰ ਵੀ ਨੱਥ ਪਾਵਾਂਗੇ। ਤੇ ਬੜੀ ਅਹਿਮ ਚੀਜ਼ ਤੁਸੀਂ ਕਹੀ ਕਿ ਕੱਲੀ ਡਿਟੇਨ ਤੱਕ ਨਹੀਂ ਇਹ ਚੀਜ਼ ਸੀਮਤ ਸੀਗੀ, ਉਹਨਾਂ ਨੂੰ ਅੰਦਰ ਜਿਹੜਾ ਹਰਾਸ ਕੀਤਾ ਗਿਆ, ਬਹੁਤ ਸਾਰਿਆਂ ਨੇ ਆਣ ਕੇ ਸੱਚ ਬਿਆਨ ਕੀਤਾ ਕਿ ਸਾਨੂੰ ਕਿਸ ਤਰੀਕੇ ਨਾਲ ਸਾਡੀਆਂ ਦਸਤਾਰਾਂ ਉਤਾਰੀਆਂ ਗਈਆਂ, ਸਾਡੀ ਦਾੜੀ ਨੂੰ ਪੁੱਟਿਆ ਗਿਆ, ਸਾਨੂੰ ਬੇਪਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਹੁਣ ਉਹਦੀ ਵੀ ਅਕਾਊਂਟੇਬਿਲਿਟੀ। ਬਿਲਕੁਲ ਜੀ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਉਹ ਦੇ ਸਕਦਾ ਹਾਂ ਕਿ ਜਿਵੇਂ ਇੱਕ ਮੈਟਰ ਸਾਡੇ ਕੋਲ ਇੱਕ ਮੁੰਡਾ ਸੀ ਸ਼ਿਵ ਕੁਮਾਰ ਜੋ ਮੀਡੀਆ ਦੇ ਵਿੱਚ ਵੀ ਆਇਆ, ਉਹਦੇ ਵਿੱਚ ਹਾਈ ਕੋਰਟ ਨੇ ਉਸ ਚੀਜ਼ ਦਾ ਨੋਟਿਸ ਲਿਆ ਤੇ ਹੁਣ ਉਸ ਕੇਸ ਦੇ ਵਿੱਚ ਜੋ ਉਹਦਾ ਟੌਰਚਰ ਹੋਇਆ ਸੀ ਕਸਟਡੀ ਦੇ ਵਿੱਚ, ਉਹਦੇ ਰਿਗਾਰਡ ਦੇ ਵਿੱਚ ਹੁਣ ਇੱਕ ਇਨਕੁਆਇਰੀ ਬੈਠ ਚੁੱਕੀ ਹੈ, ਜੁਡੀਸ਼ੀਅਲ ਇਨਕੁਆਇਰੀ, ਜਿਹੜੀ ਸੈਸ਼ਨ ਜੱਜ ਫਰੀਦਾਬਾਦ ਉਹਨੂੰ ਦੇਖਣਗੇ ਸਾਰੀ ਨੂੰ। ਉਹ ਇਸ ਚੀਜ਼ ਦੇ ਦੇਖਣਗੇ ਕਿ ਕਿਆ ਉਹਦਾ ਅਸਲ 'ਚ ਟੌਰਚਰ ਹੋਇਆ ਤੇ ਕਿਹੜੇ ਪੁਲਿਸ ਵਾਲੇ ਇਨਵੋਲਵ ਸੀਗੇ, ਕਿਹੜੇ ਡਾਕਟਰਸ ਨੇ ਉਹਦੀ ਝੂਠੀ ਰਿਪੋਰਟ ਲਿਖੀ ਵੀ ਜੀ ਉਹ ਬਿਲਕੁਲ ਠੀਕ ਹੈ। ਉਹ ਸਾਰੀ ਚੀਜ਼ ਸਾਹਮਣੇ ਆ ਚੁੱਕੀ ਹੈ, ਸਾਡੇ ਹਾਈ ਕੋਰਟ ਦੇ ਮੋਹਰੇ ਚੀਜ਼ ਆ ਚੁੱਕੀ ਹੈ ਤੇ ਉਹ ਤੇ ਕੰਮ ਅਸੀਂ ਤੋਰ ਹੀ ਲਿਆ, ਉਹ ਤੇ ਸ਼ੁਰੂ ਹੋ ਚੁੱਕਾ। ਬੜੀ ਹੈਰਾਨੀ ਹੈ ਕਿ ਲੱਤ ਟੁੱਟੀ ਹੋਵੇ, ਨਹੁੰ ਖਿੱਚੇ ਗਏ ਹੋਣ
ਤੇ ਏਡੇ ਏਡੇ ਨੀਲ ਪਏ ਹੁਣ ਤੇ ਉਹਨੂੰ ਡਾਕਟਰ ਕਹਿ ਦੇਵੇ ਵੀ ਕੁਛ ਮਾਰ ਕੁੱਟ ਨਹੀਂ ਹੋਈ ਉਹਦੇ ਨਾਲ। ਤੇ ਉਹ ਹਾਈ ਕੋਰਟ ਦੇ ਮੂਹਰੇ ਸਾਰੀ ਗੱਲ ਆ ਗਈ ਆ। ਹੁਣ ਉਹਦੀ ਇਨਕੁਆਇਰੀ ਚੱਲ ਰਹੀ ਹੈ ਸੈਸ਼ਨ ਜੱਜ ਫਰੀਦਾਬਾਦ ਕੋਲ। SITs ਹਰਿਆਣਾ ਸਰਕਾਰ ਨੂੰ ਬਿਠਾਣੀ ਪੈ ਗਈ ਆ। ਇਹ ਸਭ ਸਾਰੇ ਲੋਕਾਂ ਦੇ ਜਿਹੜੇ ਦਸਵੰਧ ਕੱਢੇ ਹੋਏ ਆ ਉਹਦਾ ਹੀ ਪ੍ਰੈਸ਼ਰ ਹੈ ਜੀ। ਕੀ ਨਾਮ ਹੈ ਤੁਹਾਡਾ? ਆਜ਼ਮਵੀਰ ਸਿੰਘ ਬਰਾੜ ਜੀ। ਆਜ਼ਮ, ਬੜੀ ਕੋਸ਼ਿਸ਼ ਮੈਨੂੰ ਦੱਸ ਰਹੇ ਸੀ ਤੁਹਾਡੇ ਮਾਮਾ ਜੀ ਕਿ ਆ ਜਿਹੜੇ ਆਪਾਂ ਇੱਕ ਵਾਰੀ ਕੂਲਰ ਦਿਖਾ ਦਈਏ, ਇਹਨਾਂ ਦੀ ਕਲਰ ਜੋ ਬਣਾਏ ਗਏ ਆ ਜਾਂ ਡਿਜ਼ਾਈਨ ਜਿਹੜਾ ਕੀਤਾ ਗਿਆ, ਇਹਨਾਂ ਦੇ ਉੱਪਰ ਜੋ ਖੰਡੇ ਦਾ ਸਟicker ਵੀ ਲੱਗਾ ਹੈਗਾ, ਤਾਂ ਇਹ ਜਿਹੜੇ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨੌਜਵਾਨ ਦੀ ਜ਼ਿਹਨ ਦੀ ਉਪਜ ਹੈਗੀ ਆ। ਬਈ ਕਿਵੇਂ ਸੋਚਿਆ ਸੀਗਾ ਕਿ ਇਦਾਂ ਦੇ ਕਲਰ ਦੇਣੇ ਨੇ ਕੂਲਰਾਂ ਨੂੰ ਜਾਂ ਇਦਾਂ ਦਾ ਐਫਰਟ ਕਰਨਾ ਹੈਗਾ? ਇਹ ਤਾਂ ਜੀ ਬਹੁਤ ਈਜ਼ੀ ਸੀਗਾ। ਜਦੋਂ ਮੇਰੀ ਪਹਿਲੀ ਵਾਰੀ ਗੱਲ ਹੋਈ ਮਾਮਾ ਜੀ ਨਾਲ, ਉਹਨਾਂ ਨੇ ਕਿਹਾ ਕਿ ਸਮਰਸ ਆ ਰਹੀਆਂ ਨੇ ਤੇ ਸਾਡਾ ਮੇਨ ਮੋਟਿਵ ਬਣਦਾ ਕੂਲਰਸ ਕਰਕੇ, ਤੇ ਸਾਡਾ ਇਹ ਸੀਗਾ ਜੀ ਕਿ ਅਸੀਂ ਹੋਰ ਕਿਵੇਂ ਯੂਨੀਕ ਕਰ ਸਕਦੇ ਹਾਂ ਪੂਰੇ ਇਨੀਸ਼ੀਏਟਿਵ ਨੂੰ। ਤੇ ਸਭ ਤੋਂ ਓਬਵੀਅਸ ਗੱਲ ਇਹ ਬਣਦੀ ਸੀ ਜੀ ਕਿ ਅਸੀਂ ਆਪਣੇ ਜਿਹੜਾ ਮੋਰਚੇ ਦੇ ਆਪਣੇ ਕਲਰਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰੀਏ, ਗ੍ਰੀਨ ਯੈਲੋ ਐਂਡ ਵਾਈਟ ਜੀ। ਤੇ ਜੀ ਮੈਨੂੰ ਬਸ ਇਹੀ ਸੀਗਾ ਜੀ ਇੱਕ ਕਿ ਜਿਵੇਂ ਜਿਹੜੀ ਸਾਡੀ ਯੂਥ ਹੈ ਜੀ, ਉਹ ਨਾ ਜੀ ਉਹਨਾਂ ਨੇ ਇੱਕ ਟ੍ਰੈਂਡ ਬਣਾ ਲਿਆ ਸੀਗਾ ਵਿਚ ਇਜ਼ ਨਾਟ ਰੋਂਗ। ਇੰਗੇਜਮੈਂਟ ਸਾਰਿਆਂ ਦੀ ਚਾਹੀਦੀ ਹੈ ਜੀ, ਪਰ ਟ੍ਰੈਂਡ ਬਣਾ ਕੇ ਚੀਜ਼ ਨੂੰ ਛੱਡੋ ਨਾ। ਇਹ ਕੌਜ਼ ਹੈ ਜੀ, ਇਹ ਇੱਕ ਸੀਰੀਅਸ ਫਾਈਟ ਹੈਗੀ ਹੈ। ਇਹ ਕੋਈ ਅੱਜ ਕੱਲ੍ਹ ਦਾ ਟ੍ਰੈਂਡ ਨਹੀਂ ਹੈ ਤੁਸੀਂ 2 ਦਿਨ ਚਲਾ ਕੇ ਜੀ ਭੁੱਲ ਗਏ ਹੋ। ਇਸ ਕਰਕੇ ਜੀ ਐਂ ਸੀਗਾ ਕਿ ਐਟ ਮਾਈ ਏਜ ਮੈਂ ਇਕੱਲੇ ਇਹੋ ਜਿਹੀਆਂ ਚੀਜ਼ਾਂ ਪੁੱਲ ਆਫ ਨਹੀਂ ਕਰ ਸਕਦਾ ਜੀ, ਤਾਂ ਹੀ ਮੇਰੇ ਬਿਗ ਬ੍ਰਦਰਸ ਮੇਰੇ ਨਾਲ ਨੇ ਜੀ। ਐਂ ਹੀ ਮੈਂ ਆਪਣੇ ਨਾਲਦਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿੱਥੇ ਤੁਸੀਂ ਇੰਗੇਜਮੈਂਟ ਪਾਲ ਪਾਓ, ਜੋ ਵੀ ਹੋਏ, ਮੇਰਾ ਜੀ ਟੈਲੈਂਟ ਸੀਗਾ ਇਨ ਡਿਜ਼ਾਈਨਿੰਗ, ਇਨ ਕਲਰਸ, ਆਰਟ ਐਂਡ ਸਟੱਫ ਜੀ, ਤਾਂ ਮੈਂ ਉਸ ਤਰੀਕੇ ਨਾਲ ਕਰ ਰਿਹਾ ਜੀ। ਉਵੇਂ ਜੀ ਕਾਫੀ ਰਾਈਟਰਸ ਹੁੰਦੇ ਨੇ, ਸਿੰਗਰਸ ਹੁੰਦੇ ਨੇ, ਵੀਡੀਓਗ੍ਰਾਫਰਸ, ਫੋਟੋਗ੍ਰਾਫਰਸ ਹੁੰਦੇ ਨੇ ਜੀ, ਕਿ ਜਿਵੇਂ ਵੀ ਹੋ ਸਕਦਾ ਕੌਜ਼ ਨੂੰ ਸਪੋਰਟ ਕਰੋ। ਤੁਹਾਡਾ ਕੋਈ ਟੈਲੈਂਟ ਹੈ ਉਹ ਵੀ ਯੂਜ਼ ਕਰੋ। ਜ਼ਰੂਰੀ ਨਹੀਂ ਹੈ ਕਿ ਮੋਨੀਟਰੀ ਡੋਨੇਸ਼ਨ ਹੀ ਹੋਣੀ ਚਾਹੀਦੀ ਹੈ ਜੀ, ਜਾਂ ਤੁਸੀਂ ਜਮਾਂ ਐਟ ਦ ਫਰੰਟ ਹੋਣੇ ਚਾਹੀਦੇ ਹੋ। ਜੋ ਵੀ ਛੋਟਾ ਮੋਟਾ ਕਰ ਸਕਦੇ ਹੋ ਕਰੋ। ਇਹ ਤਾਂ ਜੀ ਸਾਡੇ ਨਿੱਕੇ ਨਿੱਕੇ ਹੈਗੇ ਆ ਜੀ ਵੇਜ਼ ਆਫ ਕੰਟਰੀਬਿਊਟਿੰਗ ਵਿਚ ਵੀ ਹੋਪ ਵਿਲ ਪੁੱਟ ਅ ਬਿਗ ਇੰਪੈਕਟ। ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਕਿਉਂਕਿ ਨੌਜਵਾਨਾਂ ਦਾ ਜੁੜਨਾ ਬਹੁਤ ਜ਼ਰੂਰੀ ਹੈ ਸੰਘਰਸ਼ ਨਾਲ? ਤੁਸੀਂ ਇੱਕ ਬਹੁਤ ਅਹਿਮ ਗੱਲ ਕਹੀ ਕਿ ਇਹ ਸਿਰਫ ਕੁਝ ਦਿਨ ਦੀ ਲੜਾਈ ਨਹੀਂ, ਇੱਕ ਵੱਡਾ ਕਾਜ਼ ਹੈਗਾ, ਵੱਡੀ ਫਾਈਟ ਹੈਗੀ ਹੈ। ਆਪਣੇ ਜਿਹੜੇ ਤੁਹਾਡੀ ਏਜ ਦੇ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹਨਾਂ ਨੂੰ ਇਹੀ ਕਹੂੰਗਾ ਜੀ ਕਿ ਤੁਹਾਡਾ ਜਿਹੜਾ ਇੱਕ ਸ਼ੇਅਰ ਕਰਨਾ ਵੀ ਹੁੰਦਾ ਨਾ ਜੀ, ਉਹ ਵੀ ਬਹੁਤ ਵੱਡੀ ਚੀਜ਼ ਹੈ। ਇਹ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ, ਬਹੁਤ ਜ਼ਰੂਰੀ ਹੈਗਾ। ਕਰਦੇ ਰਹੋ ਜੀ। ਜ਼ਰੂਰੀ ਨਹੀਂ ਹੈ ਤੁਸੀਂ ਫਰੰਟ 'ਤੇ ਹੀ ਹੋਣਾ ਜਾਂ ਤੁਹਾਡੇ ਕੋਲ ਜ਼ਰੂਰ ਪੈਸੇ ਹੋਣੇ ਚਾਹੀਦੇ ਜੀ। ਸਾਡੀ ਤਾਂ ਉਮਰ ਇਹ ਹੈ, ਸਾਡੇ ਕੋਲ ਖੁਦ ਦੇ ਤਾਂ ਕੁਛ ਹੈ ਹੀ ਨਹੀਂ ਜੀ। ਆਪਣੇ ਵੱਡਿਆਂ ਨਾਲ ਜੁੜੋ, ਜੋ ਤੁਸੀਂ ਜਿਵੇਂ ਕਰ ਸਕਦੇ ਹੋ ਕਰੋ। ਐਵਰੀ ਕੰਟਰੀਬਿਊਸ਼ਨ ਕਾਊਂਟਸ ਜੀ। ਅਸੀਂ ਸਾਰੇ ਇਕੱਠੇ ਖੜੇ ਰਹੀਏ ਇੱਕ ਦੂਜੇ ਦੇ ਨਾਲ, ਆਪਣੇ ਕਿਸਾਨਾਂ ਦੇ ਨਾਲ, ਤੇ ਜੀ ਆਈ ਐਮ ਹੋਪਫੁਲ ਕਿ ਅਸੀਂ ਜਿੱਤਾਂਗੇ ਜੀ। ਬਾਈ ਜੀ ਕੀ ਨਾਮ ਤੁਹਾਡਾ? ਜਤੇਸ਼ਵਰ ਮਾਨ ਜੀ। ਜਤੇਸ਼ਵਰ ਜੀ, ਬਾਈ ਹੁਣਾਂ ਨੇ ਦੱਸਿਆ ਤੁਸੀਂ ਬਾਹਰੋਂ ਆਏ ਹੋ ਉਚੇਚੇ ਤੌਰ ਤੇ ਮਾਹੌਲ ਉਧਰੋਂ ਕੁਝ ਹੋਰ ਨਜ਼ਰ ਆਉਂਦਾ, ਇੱਥੇ ਆਣ ਕੇ ਤਸਵੀਰ ਕੁਝ ਹੋਰ ਨਜ਼ਰ ਆਉਂਦੀ ਹੈ। ਹੁਣ ਤੱਕ ਕੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅੰਦੋਲਨ ਕਿੱਥੇ ਚੱਲ ਰਿਹਾ ਹੈ, ਜਾਂ ਜਿਹੜਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਦੇ ਤੋਂ ਕਿੰਨਾ ਕੁ ਵਕਤ ਚੱਲ ਰਿਹਾ? ਦੇਖੋ ਜਿਹੜਾ ਤਾਂ ਤੁਸੀਂ ਮੇਨ ਸਟ੍ਰੀਮ ਮੀਡੀਆ ਦਾ ਜੇ ਨੈਰੇਟਿਵ ਚੈੱਕ ਕਰੋ, ਜੋ ਕਿ ਬਾਹਰ ਵੀ ਜ਼ਿਆਦਾ ਕੰਜ਼ਿਊਮ ਕੀਤਾ ਜਾਂਦਾ ਹੈ, ਉਹਦੇ ਮੁਤਾਬਿਕ ਤਾਂ ਜੀ ਇਹਨੂੰ ਬਹੁਤ ਜ਼ਿਆਦਾ ਡਾਊਨਗ੍ਰੇਡ ਪਲੇ ਕੀਤਾ ਜਾ ਰਿਹਾ ਹੈ। ਇਹਨੂੰ ਇੱਕ ਸੈਕਟ ਦਾ ਜਾਂ ਇੱਕ ਰਿਲੀਜਨ ਦਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਟ ਵੈਨ ਯੂ ਕਮ ਟੂ ਦਾ ਗਰਾਊਂਡ ਰਿਐਲਿਟੀ ਐਂਡ ਯੂ ਚੈੱਕ ਐਂਡ ਯੂ ਸੀ ਪੀਪਲ ਐਂਡ ਯੂ ਟਾਕ ਟੂ ਪੀਪਲ, ਦੈਨ ਯੂ ਰਿਅਲਾਈਜ਼ ਕਿ ਨਹੀਂ ਜੀ ਇਹ ਬਹੁਤ ਵੱਡੀ ਲੜਾਈ ਹੋ ਚੁੱਕੀ ਹੈ। ਲੋਕ ਸਮਝ ਚੁੱਕੇ ਹੈ ਕਿ ਸਰਕਾਰ ਜਾਂ ਜਿਹੜਾ ਮੀਡੀਆ ਹੈ, ਜਿਹੜਾ ਗਲੋਬਲ ਮੀਡੀਆ, ਉਹ ਕੀ ਨੈਰੇਟਿਵ ਸੈੱਟ ਕਰ ਰਿਹਾ ਹੈ ਤੇ ਕੀ ਕਰਨਾ ਚਾਹ ਰਿਹਾ ਹੈ ਤੇ ਕੀ ਚੀਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਚੀਜ਼ ਨੂੰ ਨੈਗੇਟਿਵ ਵੇ ਦੇ ਵਿੱਚ ਪੁੱਟ ਫਾਰਵਰਡ ਕਰਕੇ। ਤੇ ਗਰਾਊਂਡ ਰਿਐਲਿਟੀ ਮੈਂ ਜਿੰਨਾ ਕਿ ਇੰਟਰੈਕਟ ਕਰ ਸਕਿਆ ਜੀ ਲੋਕਾਂ ਦੇ ਨਾਲ, ਅਲੱਗ-ਅਲੱਗ ਕਿਸਮਾਂ ਤੋਂ, ਅਲੱਗ-ਅਲੱਗ ਫੀਲਡਸ ਤੋਂ, ਉਹੀ ਆਈ ਹੈ ਕਿ ਲੋਕ ਸਮਝ ਚੁੱਕੇ ਹੈ ਬਟ ਸਮ ਹਾਊ ਉਹ ਜ਼ਿਆਦਾ ਪ੍ਰੋਐਕਟਿਵਲੀ ਬੋਲ ਨਹੀਂ ਪਾ ਰਹੇ, ਕਿਉਂਕਿ ਕਿਤੇ ਨਾ ਕਿਤੇ ਹਰ ਇੱਕ ਬੰਦੇ 'ਚ ਡਰ ਦਾ ਇੱਕ ਮਾਹੌਲ ਪੈਦਾ ਕਰ ਦਿੱਤਾ ਗਿਆ ਜੀ ਸਰਕਾਰ ਵੱਲੋਂ, ਮੀਡੀਆ ਵੱਲੋਂ। ਦੇ ਸ਼ਨ ਯੂ ਔਨ ਸੋਸ਼ਲ ਮੀਡੀਆ, ਨਹੀਂ ਤਾਂ ਕਿਸੇ ਨਾ ਕਿਸੇ ਪਾਸੋਂ ਦੇ ਟਰਾਈ ਟੂ ਅਟੈਕ ਯੂ। ਤਾਂ ਲੋਕ ਆਪਣੇ ਅੰਦਰ ਇੱਕ ਗੁੱਸਾ ਦੱਬ ਕੇ ਬੈਠੇ ਹੈ ਜੀ। ਤੇ ਉਹ ਆਈ ਥਿੰਕ ਜਦੋਂ ਰਾਈਟ ਟਾਈਮ ਆਏਗਾ ਤਾਂ ਐਵਰੀਬਡੀ ਇਨ ਪਾਵਰ ਵਿਲ ਸੀ ਦੈਟ ਜਿਹੜਾ ਰੋਸ ਹੈ ਉਹਨੂੰ ਦੇਖਣਗੇ। ਤੇ ਲੋਕ ਹੁਣ ਇਹ ਨਹੀਂ ਰਿਹਾ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ, ਲੋਕ ਸਭ ਸਮਝ ਚੁੱਕੇ ਹੈ ਜੀ। ਦੇ ਮੇ ਬੀ ਸਟੇਇੰਗ ਕੁਆਇਟ ਬਿਕੋਜ਼ ਆਫ ਨੰਬਰ ਆਫ ਰੀਜ਼ਨ, ਦੇ ਮੇ ਬੀ ਮਤਲਬ ਉਹ ਥੋੜਾ ਮਾਹੌਲ ਕਰਕੇ, ਬਟ ਅੰਡਰਸਟੈਂਡਿੰਗ ਸਭ ਨੂੰ ਆ ਗਈ ਹੈ ਜੀ। ਦੈਟਸ ਵਾਟ ਆਈਵ ਰਿਅਲਾਈਜ਼ਡ ਹੇਅਰ। ਤੇ ਇਹੀ ਮੈਂ ਫਿਰ ਬਾਕੀ ਲੋਕਾਂ ਨੂੰ ਵੀ, ਜਿਹੜੇ ਮੇਰੇ ਬਾਹਰ ਜਾਣਕਾਰ ਹੈ ਦੋਸਤ, ਉਹਨਾਂ ਨੂੰ ਵੀ ਇਹੀ ਦੱਸਦੇ ਕਿ ਮਾਹੌਲ ਬਹੁਤ ਡਿਫਰੈਂਟ ਹੈ। ਤੁਸੀਂ ਇੱਕ ਵਾਰ ਆ ਕੇ ਸੱਚਾਈ ਨੂੰ ਦੇਖੋ, ਸਮਝੋ ਥੋੜ੍ਹਾ ਜਿਹਾ, ਤੇ ਫਿਰ ਤੁਹਾਨੂੰ ਗੱਲ ਸਮਝ ਆਏਗੀ ਜੀ। ਤੇ ਇੱਕ ਮੇਨ ਚੀਜ਼ ਹੈ ਜੀ, ਜਿਨ੍ਹਾਂ ਨੂੰ ਪਤਾ ਹੈ ਇਹਦੇ ਮੁੱਦੇ ਬਾਰੇ, ਦੇ ਸ਼ੁੱਡ ਇੰਟਰੈਕਟ ਮੋਰ। ਉਹਨਾਂ ਨੂੰ ਲੋਕਾਂ ਨੂੰ ਰਾਦਰ ਦੈਨ ਸੇਇੰਗ ਕਿ ਤੁਸੀਂ ਗਲਤ ਹੋ, ਇਹ ਨਹੀਂ ਕਰਨਾ ਚਾਹੀਦਾ ਜੀ। ਕਨਵਰਸੇਸ਼ਨ 'ਚ ਆਉਣਾ ਚਾਹੀਦਾ ਕਿ ਦੂਸਰੇ ਨੂੰ ਸਮਝਾਇਆ ਜਾਏ ਵੀ ਕਿ ਕੀ ਪੁਆਇੰਟ ਇਹਦੇ ਪਿੱਛੇ,
ਤੇ ਨਾਟ ਜਸਟ ਫਾਰਮਰਸ, ਇੱਕ ਪੂਰੇ ਕਲਚਰ ਦੇ ਉੱਤੇ ਇੰਪੈਕਟ ਹੈ ਜੀ। ਜੇ ਫਾਰਮਿੰਗ ਚਲੇ ਜਾਏਗੀ ਤੁਹਾਡਾ ਕਲਚਰ ਚਲੇ ਜਾਏਗਾ, ਪਿੰਡ ਖਤਮ ਹੋ ਜਾਣਗੇ, ਤਾਂ ਫਿਰ ਕੋਈ ਜੱਟ ਕਮਾਉਂਦਾ ਜਾਂ ਕੁਝ ਵੀ ਕਮਾਉਂਦਾ ਤੁਹਾਨੂੰ ਉਹ ਖਤਮ ਹੋ ਜਾਏਗਾ ਜੀ। ਸਾਰਾ ਕੁਝ ਦਾ ਬੇਸਿਸ ਹੀ ਖਤਮ ਹੋ ਗਏ ਤਾਂ ਕੀ ਪੰਜਾਬ ਰਹਿ ਗਿਆ ਤੇ ਕੀ ਫਿਰ ਕੀ ਰਹਿ ਗਿਆ ਜੀ। ਸਿਆਟਲ ਤੋਂ ਆਏ ਹੋ ਤੁਸੀਂ, ਆਲਰੇਡੀ ਇੱਕ ਚੀਜ਼ ਦੇਖੀ ਹੋਣੀ ਆ, ਉੱਥੇ ਪਹਿਲਾਂ ਹੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈਗਾ ਤੇ ਇੱਥੇ ਉਹੀ ਚੀਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉੱਥੇ ਤੇ ਇੱਥੇ ਨੂੰ ਕੰਪੇਅਰ ਜਦੋਂ ਕਰਦੇ ਹੋ ਤਾਂ ਕੀ ਨਜ਼ਰ ਆਉਂਦਾ? ਦੇਖੋ ਜੀ, ਜੇ ਤੁਸੀਂ ਅਮਰੀਕਾ ਦਾ ਦੇਖੋ ਜੀ, ਕਿ ਅਮਰੀਕਾ ਦੇ ਵਿੱਚ ਜਦੋਂ ਕਾਰਪੋਰੇਸ਼ਨਸ ਆਈਆਂ ਜੀ ਤੇ ਇਹਨਾਂ ਨੇ ਆਪਣਾ ਫਾਰਮਿੰਗ ਨੂੰ ਟੇਕ ਓਵਰ ਕੀਤਾ, ਤਾਂ ਅਮਰੀਕਨ ਕਲਚਰ ਪਹਿਲਾਂ ਬਹੁਤ ਜ਼ਿਆਦਾ ਸਿਮਿਲਰ ਟੂ ਪੰਜਾਬ ਕਲਚਰ ਸੀਗਾ ਜੀ। ਫੈਮਲੀਜ਼ ਸੀਗੀਆਂ, ਇਕੱਠੀਆਂ ਰਹਿ ਕੇ ਫਾਰਮਸ ਚਲਾਉਂਦੀਆਂ ਸੀਗੀਆਂ ਜੀ। ਫੈਮਲੀ ਵੈਲਿਊਜ਼ ਉੱਥੇ ਬਹੁਤ ਜ਼ਿਆਦਾ ਉੱਪਰ ਰੱਖੀਆਂ ਜਾਂਦੀਆਂ ਸੀਗੀਆਂ ਜੀ। ਜਦੋਂ ਕਾਰਪੋਰੇਸ਼ਨਸ ਆਈਆਂ ਜੀ, ਸਮਾਲ ਫਾਰਮਰ ਡਾਈਡ ਆਊਟ, ਜੋ ਕਿ ਉਰੇ ਵੀ ਹੋ ਜਾਏਗਾ ਜੀ। ਉਹਦੇ ਨਾਲ ਕੀ ਹੋਏਗਾ, ਤੁਹਾਡੀ ਫੈਮਲੀਜ਼ ਦੇ ਉੱਤੇ ਇੰਪੈਕਟ ਆਇਆ ਜੀ। ਫੈਮਲੀ ਸਟਾਰਟਡ ਟੂ ਬ੍ਰੇਕ ਅਵਰ, ਬੰਦੇ ਇੰਡੀਵਿਜੂਅਲ ਆ ਗਏ ਜੀ, ਇੱਕ ਆਪਣਾ ਸਿਕਲੂਡਡ ਲਾਈਫ ਸਟਾਈਲ ਜੀਣ ਲੱਗ ਗਏ ਜੀ, ਜਿਹਦੇ ਨਾਲ ਉਹ ਸਾਰਾ ਕਲਚਰ ਹੀ ਤੁਸੀਂ ਖਤਮ ਕਰਤਾ ਜੀ। ਉਹਨਾਂ ਦੇ ਕਲਚਰ ਖਤਮ ਹੋ ਗਿਆ, ਉਹਨਾਂ ਦਾ ਫੂਡ ਖਤਮ ਹੋ ਗਿਆ, ਐਵਰੀਥਿੰਗ ਗॉट ਡਿਸਟਰੋਇਡ ਤੇ ਸਾਰਾ ਕੁਝ ਕਾਰਪੋਰੇਟਾਈਜ਼ ਹੋ ਗਿਆ। ਇੱਕ ਉਹ ਬੜਾ ਵੱਡਾ ਇੰਪੈਕਟ ਹੈ ਜੀ, ਲੋਕਾਂ ਦੇ ਮੈਂਟਲ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਇੰਪੈਕਟ ਆਉਣ ਲੱਗ ਗਏ ਜੀ ਓਵਰਆਲ, ਜੋ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ। ਬਾਹਰ ਕਿੰਨੇ ਜ਼ਿਆਦਾ ਡਿਪਰੈਸ਼ਨ ਦੇ ਕੇਸਿਸ ਬਹੁਤ ਜ਼ਿਆਦਾ, ਕਿਉਂਕਿ ਇੰਡੀਵਿਜੂਅਲਿਟੀ ਦੇ ਉਹਦੇ ਵਿੱਚ ਇਹਦਾ ਇੰਪੈਕਟ ਆਇਆ ਜੀ। ਤੇ ਉਹੀ ਜੇ ਚੀਜ਼ਾਂ ਨੂੰ ਆਪਾਂ ਇਸ ਟਾਈਮ ਦੇ ਉੱਤੇ ਚੈੱਕ ਨਹੀਂ ਕਰਾਂਗੇ ਜੀ, ਤਾਂ ਉਹ ਚੀਜ਼ਾਂ ਉਰੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ। ਦ ਸੈਕੰਡ ਮੇਨ ਪੁਆਇੰਟ ਜਿਹੜਾ ਤੁਸੀਂ ਦੇਖੋ ਜੀ, ਉੱਥੇ ਦ ਮੋਰ ਯੂਜ਼ ਆਫ ਹਾਰਮੋਨਸ ਤੇ ਪੈਸਟੀਸਾਈਡਸ ਵਗੈਰਾ ਟੂ ਪ੍ਰੋਵਾਈਡ ਯੂ ਸੇਮ ਕਾਈਂਡ ਆਫ ਫੂਡ ਓਵਰ ਐਂਡ ਓਵਰ ਅਗੇਨ। ਆਪਾਂ ਉਰੇ ਸੀਜ਼ਨਲ ਚੀਜ਼ਾਂ ਖਾਂਦੇ ਜੀ, ਅੰਬ ਆਪਾਂ ਗਰਮੀਆਂ 'ਚ ਖਾਂਦੇ ਹਾਂ, ਸਰਦੀਆਂ 'ਚ ਨਹੀਂ ਖਾਂਦੇ ਆ ਜੀ। ਬਾਹਰ ਨਹੀਂ ਹੈ, ਬਾਹਰ ਤੁਸੀਂ 12 ਮਹੀਨੇ ਅੰਬ ਖਾ ਸਕਦੇ ਹੋ। ਜਿਹੜਾ 12 ਮਹੀਨੇ ਅੰਬ ਆ ਰਿਹਾ ਜੀ, ਉਹ ਕਿਵੇਂ ਬਣਾਇਆ ਜਾ ਰਿਹਾ, ਕਿਵੇਂ ਕੀਤਾ ਜਾ ਰਿਹਾ, ਉਹ ਚੀਜ਼ ਦਾ ਵੀ ਬਹੁਤ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜੀ। ਜਿਹੜੇ ਕੰਜ਼ਿਊਮਰ ਹੈ ਖਾਸ ਕਰ ਉਹਨਾਂ ਨੂੰ ਜ਼ਿਆਦਾ ਸੋਚਣਾ ਚਾਹੀਦਾ ਹੈ, ਕਿਉਂਕਿ ਤੁਸੀਂ ਕੰਜ਼ਿਊਮ ਕਰਨੀ ਹੈ। ਫਾਰਮਰ ਤਾਂ ਜੀ ਚਲੋ 1 ਕਿੱਲਾ ਆਪਣਾ ਆਰਡਰ ਰੱਖ ਕੇ ਆਰਗੈਨਿਕ ਕਰ ਲੇਗਾ, ਤੁਸੀਂ ਕੀ ਕਰੋਗੇ? ਇਹ ਚੀਜ਼ਾਂ ਜੀ ਲੋਕਾਂ ਦੇ ਤੱਕ ਜਾਣੀਆਂ ਚਾਹੀਦੀਆਂ। ਜੋ ਬਾਹਰ ਹੈ, ਤੁਸੀਂ ਬਾਹਰ ਦੇਖੋ ਦੁੱਧ ਦੇ ਵਿੱਚ ਸੋ ਮਚ ਹਾਰਮੋਨਸ ਪੁੱਟ ਕੀਤੇ ਜਾਂਦੇ ਆ, ਬੱਚਿਆਂ ਨੂੰ ਕਿੰਨਾ ਜ਼ਿਆਦਾ ਉਹਦਾ ਫਿਰ ਫਿਊਚਰ ਦੇ ਵਿੱਚ ਜਾ ਕੇ ਜੀ ਨੁਕਸਾਨ ਭੋਗਣੇ ਪੈਂਦੇ ਆ। ਇਹ ਚੀਜ਼ਾਂ ਸਾਰੀਆਂ ਜੀ ਆਪਾਂ ਨੂੰ ਸਮਝਣੀਆਂ ਚਾਹੀਦੀਆਂ। ਆਪਾਂ ਹਜੇ ਫਿਰ ਵੀ ਥੋੜਾ ਮੋਟਾ ਬਚੇ ਹੋਏ ਆ, ਬਟ ਉੱਧਰ ਰਸਤੇ ਤੇ ਜਾ ਰਹੇ ਹਾਂ, ਤੇ ਜੇ ਲੌਜ਼ ਆ ਗਏ ਤਾਂ ਆਪਾਂ ਬਿਲਕੁਲ ਉੱਧਰ ਚਲੇ ਜਾਵਾਂਗੇ, ਤਾਂ ਫਿਰ ਉੱਥੋਂ ਰਿਟਰਨ ਕੋਈ ਨਹੀਂ ਹੈ। ਤੁਸੀਂ ਬਾਰਡਰਸ ਤੇ ਜਾ ਕੇ ਆਏ ਤਾਂ ਉੱਥੇ ਤਸਵੀਰਾਂ ਕੀ ਨਜ਼ਰ ਆਈਆਂ? ਕਿਉਂਕਿ ਇੱਕ ਤਸਵੀਰਾਂ ਤੁਹਾਡੇ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਦੀਆਂ ਨੇ, ਇੱਕ ਤੁਸੀਂ ਆਪ ਖੁਦ ਜ਼ਮੀਨ ਤੇ ਜਾ ਕੇ ਆਉਂਦੇ ਹੋ। ਦੇਖੋ ਜੀ, ਬਾਰਡਰ ਤੇ ਜਾ ਕੇ ਇਹ ਚੀਜ਼ ਮਹਿਸੂਸ ਹੋਈ ਜੀ ਕਿ ਜਿਹੜਾ ਚੀਜ਼ ਉਹਨੂੰ ਚਲਾ ਰਹੀ ਹੈ, ਜਿਟ ਇਜ਼ ਸਮਥਿੰਗ ਐਲਸ ਵਿਚ ਇਜ਼ ਗੋਇੰਗ ਔਨ ਦੇਅਰ। ਉਹ ਇੱਕ ਅਵੱਲੀ ਉੱਥੇ ਇੱਕ ਪਾਵਰ ਹੈ ਜੀ, ਜਿਹੜੀ ਚੀਜ਼ ਸਾਰੀ ਨੂੰ ਮੂਵ ਕਰ ਰਹੀ ਹੈ ਜੀ। ਨਹੀਂ ਤਾਂ ਇੰਨੇ ਬੰਦੇ, ਇਹਨਾਂ ਨੂੰ ਇੰਨਾ ਇਕੱਠਾ ਰੱਖਣਾ ਤੇ ਇੰਨਾ ਪੀਸਫੁਲ ਰਹਿਣਾ, ਇਹ ਸਮਝ ਤੋਂ ਬਾਹਰ ਹੈ ਜੀ। ਅੱਜ ਤੱਕ ਅਸੀਂ ਨਹੀਂ ਦੇਖਿਆ, ਮੈਂ ਕਿਹਾ ਸਾਡੀ ਪਿਛਲੀ ਜਨਰੇਸ਼ਨ ਨੇ ਵੀ ਨਹੀਂ ਕਦੀ ਦੇਖਿਆ ਜੀ ਇਹ ਚੀਜ਼। ਵਨਸ ਇਨ ਅ ਲਾਈਫ ਟਾਈਮ ਐਕਸਪੀਰੀਅੰਸ ਹੈ ਜੀ। ਉੱਥੇ ਜਾ ਕੇ ਯੂ ਫੀਲ ਇਟ, ਈਵਨ ਇਫ ਯੂ ਆਰ ਨਾਟ ਰਿਲੀਜੀਅਸ ਔਰ ਸਮਥਿੰਗ ਲਾਈਕ, ਬਟ ਤੁਹਾਨੂੰ ਫੀਲ ਹੁੰਦਾ ਉੱਥੇ ਜਾ ਕੇ ਕੋਈ ਚੀਜ਼ ਹੈਗੀ ਹੈ ਜੀ। ਬਾਕੀ ਚੜ੍ਹਦੀ ਕਲਾ ਹੈ ਜੀ, ਉਹਨੂੰ ਸਲਾਮ ਹੈ ਜੀ ਲੋਕਾਂ ਦੀ ਚੜ੍ਹਦੀ ਕਲਾ ਨੂੰ, ਜਿਹੜਾ ਆਪਣਾ ਛੱਡ ਕੇ ਜੀ ਉੱਥੇ ਬੈਠੇ ਇੰਨੀ ਦੇਰ ਦੇ, ਤੇ ਜਿਹੜੀ ਉਹ ਸੈਕਰੀਫਾਈਸ ਕਰ ਰਹੇ ਆ, ਉਹਦਾ ਕੋਈ ਮੁਕਾਬਲਾ ਨਹੀਂ ਹੈ ਜੀ। ਤੇ ਜਿਹਨੂੰ ਵੀ ਥੋੜਾ ਮੋਟਾ ਡਾਊਟ ਹੈ ਜੀ, ਆਈ ਸੁਜੈਸਟ ਤੇ ਆਈ ਹਾਈਲੀ ਰეკਮੈਂਡ ਕਿ ਇੱਕ ਵਾਰ ਆ ਕੇ ਜ਼ਰੂਰ ਵਿਜ਼ਿਟ ਕਰੋ ਜੀ ਉਹਨਾਂ ਨੂੰ, ਤੇ ਫਿਰ ਤੁਹਾਨੂੰ ਰਿਐਲਿਟੀ ਦਾ ਚੈੱਕ ਆ ਇਹਦੇ ਲੋਕਾਂ ਦਾ ਜਜ਼ਬੇ ਦਾ ਪਤਾ ਚੱਲੇਗਾ ਜੀ, ਕਿੰਨੀ ਚੜ੍ਹਦੀ ਕਲਾ। ਤੇ ਕੋਈ ਉੱਥੇ ਲੋਕ ਆਪਣਾ ਜਿਵੇਂ ਤੁਸੀਂ ਕਹਿ ਲਓ ਜੀ ਕਿ ਨੈਗੇਟਿਵ ਜਾਂ ਸੈਡ ਕੋਈ ਮਾਹੌਲ ਨਹੀਂ ਹੈ ਜੀ, ਲੋਕ ਪੂਰਾ ਚੜ੍ਹਦੀ ਕਲਾ 'ਚ ਹੈ, ਤੇ ਉਹ ਬਿਲਕੁਲ ਬਹੁਤ ਵਧੀਆ ਲੱਗਿਆ ਜੀ। ਅਬਸ਼ੀਰ, ਅਖੀਰ ਤੇ ਹੋਰ ਕਿੰਨੀਆਂ ਕੁ ਡਰਾਈਵਸ ਤੁਸੀਂ ਕਰ ਚੁੱਕੇ ਹੋ ਤੇ ਹੁਣ ਅਗਲਾ ਫਿਊਚਰ ਪਲਾਨ ਕੀ ਹੈਗਾ? ਭਾਜੀ ਮੋਰ ਦੈਨ 15 ਤੇ ਹੋ ਗਏ ਜੀ ਡਰਾਈਵਸ। ਤੇ ਅਸੀਂ ਜਿਵੇਂ ਇੱਕ ਵੇ ਆਫ ਇੰਗੇਜਮੈਂਟ ਰੱਖਿਆ ਸੀ ਕਿ ਲੋਕਾਂ ਨੂੰ ਵੀ ਅਸੀਂ ਕਹਿ ਰਹੇ ਸੀ ਕਿ ਤੁਸੀਂ ਇੰਗੇਜ ਕਰੋ ਸਾਨੂੰ। ਉੱਥੇ ਥੋੜ੍ਹਾ ਜਿਹਾ ਜਿਵੇਂ ਇੰਨੀਆਂ ਜਿਵੇਂ ਡਰਾਈਵਸ ਕਰ ਲਈਆਂ, ਸਾਨੂੰ ਥੋੜ੍ਹਾ ਜਿਹਾ ਸਿਸਟਮੈਟਿਕਲੀ ਉੱਥੇ ਪ੍ਰੋਗਰਾਮ ਏਜੰਡਾ ਪਤਾ ਸੀਗਾ ਕਿਵੇਂ ਕਰੀਏ, ਫਿਰ ਅਸੀਂ ਲੋਕਾਂ ਨੂੰ ਇੰਗੇਜ ਕੀਤਾ। ਦੇਰ ਆਰ ਅਦਰ ਆਰਗੇਨਾਈਜੇਸ਼ਨ, ਇੱਕ ਮੈਂ ਪਟਿਆਲੇ ਦੀ ਗੱਲ ਕਰ ਰਿਹਾ ਸੀ, ਮੇਹਰ ਫਾਊਂਡੇਸ਼ਨ ਹੈ ਜੀ, ਉਹਨਾਂ ਨੇ ਆਪਣੀ ਉੱਥੇ ਜੀ ਕੱਲ੍ਹ ਉੱਥੇ 25 ਬੈਂਬੂ ਹਟਸ ਲਾਏ ਹੈ। ਉਹ ਇੱਕ ਬੈਂਬੂ ਹਟ ਦੇ ਵਿੱਚ ਆਲਮੋਸਟ 30 ਪਰਸਨਸ ਰਹਿ ਸਕਦੇ ਹੈ। ਉਹ ਵੀ ਇੱਕ ਪਬਲਿਕ ਇਨੀਸ਼ੀਏਟਿਵ ਸੀਗਾ, ਕਰਾਊਡ ਫੰਡਡ ਸੀਗਾ। ਤੇ ਉਹ ਹੁਣ ਦੇਖੋ ਜੀ, ਇਹ ਹੁਣ ਤਿਆਰੀ ਲੰਬੀ ਹੈ। ਜੋ ਸਮਰਸ ਦੇ ਵਿੱਚ ਉਹਨਾਂ ਨੇ ਤਿਆਰੀ ਕਰਤੀ ਹੈ, ਇੱਕ ਤੁਹਾਨੂੰ ਸ਼ੈਲਟਰ ਪ੍ਰੋਵਾਈਡ ਕਰਤਾ, ਸ਼ੈਲਟਰ ਕੈਨ ਸਸਟੇਨ ਟਿਲ ਵਿੰਟਰਸ। ਅਸੀਂ ਫੁੱਲ ਪ੍ਰਪੇਅਰ ਹੈਗਾ, ਜਿੰਨੀ ਦੇਰ ਤੱਕ ਸਾਨੂੰ ਲੋੜ ਪਵੇ ਅਸੀਂ ਉਨੀ ਡਰਾਈਵਸ ਚਲਾਵਾਂਗੇ। ਸਾਡਾ ਨੈਰੇਟਿਵ ਪੂਰਾ ਅਸੀਂ ਬੜੀ ਸਿੰਪਲ ਹੈਗੀ ਹੈ ਕਿ ਜਿੰਨੀ ਦੇਰ ਤੱਕ ਫਾਰਮਰਸ ਦੇ ਲਾਜ਼ ਨਹੀਂ ਰਿਪੀਲ ਕਰਦੇ, ਸਰਕਾਰ ਨਹੀਂ ਲਾਜ਼ ਰਿਪੀਲ ਕਰਦੀ, ਅਸੀਂ ਫਾਰਮਰਸ ਦੀਆਂ ਹਰ ਡਿਮਾਂਡ, ਹਰ ਸਹੂਲਤ ਪੂਰੀ ਕਰਾਂਗੇ ਜੀ। ਸੋ ਇਹ ਟੀਮ ਜਿਹੜੀ ਹੈ ਦਿਨ ਰਾਤ ਮਿਹਨਤ ਕਰ ਰਹੀ ਹੈ, ਵੱਖ-ਵੱਖ ਡਰਾਈਵਸ ਹੁਣ ਤੱਕ ਲੈ ਕੇ ਸਿੰਘੂ ਮੋਰਚੇ ਤੱਕ, ਟਿੱਕਰੀ ਬਾਰਡਰ ਤੱਕ, ਗਾਜ਼ੀਪੁਰ ਤੱਕ ਲੈ ਕੇ ਜਾ ਚੁੱਕੀ ਹੈ ਤੇ ਹੁਣ ਕੋਸ਼ਿਸ਼ ਕਰ ਰਹੀ ਹੈ ਕਿ ਲਗਾਤਾਰ ਇਸ ਚੀਜ਼ ਨੂੰ ਬਰਕਰਾਰ ਰੱਖਿਆ ਜਾਵੇ। ਬਹੁਤ ਸਾਰੀਆਂ ਫਾਊਂਡੇਸ਼ਨ ਵੀ ਇਹਨਾਂ ਦੇ ਨਾਲ ਜੁੜ ਰਹੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਤੇ ਇਸ ਦੀ ਗੰਭੀਰਤਾ ਨੂੰ ਸਮਝਣਾ ਪਵੇਗਾ ਕਿ ਇਹਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਕੇ ਚੱਲੀਏ, ਤਾਂ ਹੀ ਸਾਨੂੰ ਇਹ ਲੜਾਈ ਦੀ ਅਹਿਮੀਅਤ ਸਮਝ ਲੱਗੇਗੀ। ਕਿਉਂਕਿ ਕੋਸ਼ਿਸ਼ ਲਗਾਤਾਰ ਹੋ ਰਹੀ ਹੈ ਇਸ ਅੰਦੋਲਨ ਨੂੰ ਡੀਰੇਲ ਕਰਨ ਦੀ, ਜਾਣੀ ਕਿ ਲੀਹੋਂ ਲਾਉਣ ਦੀ, ਕਿ ਕਿਸੇ ਨਾ ਕਿਸੇ ਤਰੀਕੇ ਇਹ ਅੰਦੋਲਨ ਖਤਮ ਹੋ ਜਾਵੇ ਤੇ ਸਰਕਾਰਾਂ ਦੀ ਜਿਹੜੀ ਜਵਾਬਦੇਹੀ ਬਣਦੀ ਹੈ ਉਹ ਉਹਨਾਂ ਨੂੰ ਨਾ ਦੇਣੀ ਪਵੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਮੋਹਾਲੀ।